ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਆਪਾਂ ਨੂੰ ਗੁਰਬਾਣੀ ਨੂੰ ਪੜ੍ਹਨ ਸੁਣਨ ਅਤੇ ਸਮਝਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਗੁਰੂ ਹਨ। ਇਹਨਾਂ ਦੇ ਨਾਲ ਜੁੜ ਕੇ ਅਸੀਂ ਆਤਮਿਕ ਗਿਆਨੀ ਹੋ ਸਕਦੇ ਹਾਂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਕੀਤੀ ਹੈ। ਪਹਿਲਾਂ 13 ਅੰਗਾਂ ਦੇ ਵਿੱਚ ਜੋ ਬਾਣੀ ਹੈ, ਸ੍ਰੀ ਜਪਜੀ ਸਾਹਿਬ ਅਤੇ ਰਹਿਰਾਸ ਦੀ ਬਾਣੀ ਜੋ ਪੜ੍ਹਦੇ ਹਾਂ ਆਪਾਂ, ਉਹਦੇ ਸ਼ਬਦ ਅਤੇ ਕੀਰਤਨ ਸੋਲਾ ਜੋ ਸੋਲਾ ਬਾਣੀ ਹੈ, ਜਿਹਨੂੰ ਸਤਿਕਾਰ ਦੇ ਨਾਲ ਕੀਰਤਨ ਸੋਲਾ ਕਿਹਾ ਜਾਂਦਾ, ਉਹ ਸ਼ਬਦ 13 ਅੰਗ ਤੱਕ ਇਹ ਰਚਨਾ ਹੈ। ਉਸ ਤੋਂ ਬਾਅਦ ਜਿਹੜੇ ਰਾਗ ਆ ਸ਼ੁਰੂ ਹੁੰਦੇ ਆ। ਸੋ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਜਪਜੀ ਸਾਹਿਬ ਜੀ ਦੀ ਵਿਚਾਰ ਨੂੰ ਸਮਝ ਚੁੱਕੇ ਹਾਂ। ਅੱਜ ਆਪਾਂ ਉਸ ਤੋਂ ਅੱਗੇ ਸਰਵਣ ਕਰਾਂਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਮਨਾਂ ਦੇ ਵਿੱਚ ਸ਼ਰਧਾ ਭਾਵਨਾ ਬਣਾ ਕੇ ਧਿਆਨ ਧਰ ਕੇ ਆਓ ਸਰਵਣ ਕਰੀਏ ਜੀ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਦਰ ਬਾਣੀ ਦਾ ਨਾਮ ਸੋਦਰ, ਉਹਦਾ ਦਰ ਕਿਹੋ ਜਿਹਾ ਹੈ? ਰਾਗ ਆਸਾ ਦੇ ਵਿੱਚ ਮਹੱਲਾ ਪਹਿਲਾ, ਭਾਵ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੀ ਹੋਈ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਜੋ ਇੱਕ ਰਸ ਵਿਆਪਕ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਜਾਣਿਆ ਜਾ ਸਕਦਾ ਹੈ ਜੀ। ਸੋ ਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਉਹ ਪਰਮਾਤਮਾ ਅਕਾਲ ਪੁਰਖ ਬਾਰੇ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ। ਇੱਕ ਉਦਾਹਰਨ ਬਣਾ ਲਈਏ ਸਾਧ ਸੰਗਤ ਜੀ। ਇੱਕ ਖੂਹ ਦਾ ਡੱਡੂ ਹੁੰਦਾ, ਉਹਦੀ ਦੋਸਤੀ ਕਿਸੇ ਹੰਸ ਦੇ ਨਾਲ ਪੈ ਜਾਂਦੀ ਹੈ। ਹੰਸ ਉੜਦਾ ਉੜਦਾ ਉਹ ਖੂਹ ਦੇ ਦੁਆਲੇ ਜੋ ਦਰਖਤ ਹੈ ਉਹਦੇ ਉੱਤੇ ਆ ਕੇ ਬੈਠਦਾ ਅਤੇ ਉਹ ਗੱਲਾਂ ਬਾਤਾਂ ਕਰਦੇ ਆ, ਪਿਆਰ ਪੈ ਜਾਂਦਾ। ਇੱਕ ਦਿਨ ਹੰਸ ਉੱਡ ਕੇ ਆਇਆ। ਹੰਸ ਕਹਿਣ ਲੱਗਿਆ ਡੱਡੂ ਨੂੰ ਕਿ ਆ ਮੇਰੇ ਮਿੱਤਰ, ਤੈਨੂੰ ਬਾਹਰ ਦੀ ਸੈਰ ਕਰਾ ਕੇ ਲਿਆਵਾਂ, ਉਹ ਪਰਮਾਤਮਾ ਦੀ ਪ੍ਰਕਿਰਤੀ ਦਿਖਾ ਕੇ ਲਿਆਵਾਂ ਕਿੱਥੋਂ ਤੱਕ ਹੈ। ਤਾਂ ਡੱਡੂ ਕਹਿਣ ਲੱਗਿਆ ਨਹੀਂ ਬਈ, ਮੈਂ ਤਾਂ ਇੱਥੇ ਸੇਫ ਹਾਂ, ਮੈਂ ਕੰਫਰਟ ਜ਼ੋਨ ਦੇ ਵਿੱਚ ਆ, ਚਾਰੇ ਪਾਸੇ ਕੰਧਾਂ ਸੇਫ ਆ, ਕਿੱਡਾ ਕੁ ਹੋਏਗਾ ਰੱਬ ਤੇਰਾ। ਮਾਰੀ ਡੱਡੂ ਨੇ ਛਾਲ, ਉਹ ਤੱਕ ਚਲਿਆ ਗਿਆ। ਕਹਿੰਦਾ ਐਡਾ ਹੋਏਗਾ? ਕਹਿੰਦਾ ਨਹੀਂ। ਫਿਰ ਮਾਰੀ ਛਾਲ, ਅੱਗੇ ਚਲਿਆ ਗਿਆ, ਅੱਧ ਤੱਕ ਖੂਹ ਦੇ ਚਲਿਆ ਗਿਆ। ਕਹਿੰਦਾ ਐਡਾ ਹੋਏਗਾ ਰੱਬ? ਕਹਿੰਦਾ ਨਹੀਂ।
ਤੀਜੀ ਛਾਲ ਫੇਰ ਮਾਰੀ, ਚੌਥੀ ਛਾਲ ਮਾਰ ਕੇ ਜਿਹੜਾ ਸੀ ਉਹਦੇ ਕੰਧ ਦੇ ਨਾਲ, ਜਿਹੜੀ ਖੂਹ ਦੀ ਕੰਧ ਸੀ ਉਹਦੇ ਨਾਲ ਜਾ ਟਕਰਾਇਆ। ਕਹਿੰਦਾ ਹੁਣ ਤਾਂ ਪੂਰਾ ਹੋ ਗਿਆ? ਕਹਿੰਦਾ ਨਹੀਂ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਹੈ। ਖੂਹ ਦੇ ਡੱਡੂ, ਤੂੰ ਮੇਰੇ ਨਾਲ ਜਿੰਨਾ ਚਿਰ ਨਿਕਲਦਾ ਨਹੀਂ ਖੂਹ ਦੇ ਵਿੱਚੋਂ, ਨਾਲ ਨਹੀਂ ਜਾਂਦਾ, ਉਨਾ ਚਿਰ ਤੈਨੂੰ ਪਤਾ ਨਹੀਂ ਲੱਗਣਾ। ਇਸੇ ਤਰ੍ਹਾਂ ਸਾਡੇ ਮਨ ਗੁਰਮੁਖ ਪਿਆਰਿਓ ਖੂਹ ਦੇ ਡੱਡੂ ਆ। ਅਸੀਂ ਕਿਤੇ 10 ਇੱਟਾਂ ਨੂੰ ਰੱਖ ਕੇ ਪੂਜੀ ਜਾਂਦੇ ਆ, ਕਿਤੇ ਕੋਈ ਦਰਖਤ ਪੂਜੀ ਜਾਂਦੇ ਆ, ਕਿਸੇ ਬੰਦੇ ਦੀ ਪੂਜਾ ਕਰੀ ਜਾਂਦੇ ਆ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਉਹ ਅਕਾਲ ਪੁਰਖ ਬਹੁਤ ਵੱਡਾ ਹੈ, ਉਹ ਬਹੁਤ ਸਰਬ ਵਿਆਪਕ ਹੈ। ਉਹਦੇ ਮੁਤਾਬਕ ਚੱਲ ਕੇ ਉਹਦੀ ਪੂਜਾ ਹੋ ਸਕਦੀ ਹੈ, ਉਹਦੇ ਦਰਬਾਰ ਨੂੰ ਜਾਣਿਆ ਜਾ ਸਕਦਾ। ਸੋ ਸਾਨੂੰ ਖੂਹ ਦੇ ਡੱਡੂਆਂ ਨੂੰ ਉਹ ਪ੍ਰਮਾਤਮਾ ਅਕਾਲ ਪੁਰਖ ਦੇ ਦਰਸ਼ਨ ਕਰਾ ਰਹੇ ਹਨ ਜੀ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਉਹ ਤੇਰਾ ਦਰ ਕਿਹੋ ਜਿਹਾ ਹੈ, ਉਹ ਤੇਰਾ ਘਰ ਕਿਹੋ ਜਿਹਾ ਹੈ, ਜਿੱਥੇ ਬੈਠ ਕੇ ਸਾਰਿਆਂ ਦੀ ਸੰਭਾਲਣਾ ਕਰਦਾ ਹੈ। ਬਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਨਹਾਰੇ। ਹੇ ਵਾਹਿਗੁਰੂ, ਜਾਂ ਆਪਾਂ ਐਂ ਕਹਿ ਲਈਏ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਉਹ ਵਾਹਿਗੁਰੂ ਦਾ ਦਰਬਾਰ ਬਹੁਤ ਵੱਡਾ ਹੈ, ਸਭ ਤੋਂ ਉੱਪਰ ਹੈ। ਉਹਦੇ ਦਰਬਾਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਬਾਜੇ ਵੱਜ ਰਹੇ ਆ, ਨਾਦ ਵੱਜ ਰਹੇ ਆ, ਗਿਣਤੀਆਂ ਮਿਣਤੀਆਂ ਤੋਂ ਪਰੇ ਦੀਆਂ ਗੱਲਾਂ। ਕੀਤੇ ਤੇਰੇ ਗਾਵਨਹਾਰੇ, ਸੰਖ ਤੱਕ ਗਿਣਤੀ ਹੈ, ਆੜਾ ਮੂਰੇ ਲੱਗ ਗਿਆ, ਅਸੰਖਾਂ ਹੀ ਤੈਨੂੰ ਗਾਉਣ ਵਾਲੇ ਹਨ। ਕੀਤੇ ਤੇਰੇ ਰਾਗ ਪਰੀ ਸਿਉ ਕਹੀਐ, ਕੀਤੇ ਤੇਰੇ ਗਾਵਨਹਾਰੇ। ਤੈਨੂੰ ਕਿੰਨੇ ਰਾਗ ਰਾਗਣੀਆਂ ਗਾ ਰਹੇ ਹਨ, ਅਸੀਂ ਕਹਿ ਨਹੀਂ ਸਕਦੇ। ਕਿੰਨੀਆਂ ਪਰੀਆਂ ਗਾ ਰਹੀਆਂ ਹਨ, ਕਿੰਨੇ ਗਾਵਨਹਾਰੇ ਹਨ, ਗਾਉਣ ਵਾਲੇ ਨਹੀਂ ਕਿਹਾ ਜਾ ਸਕਦਾ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਤੇ ਕਿਸ ਤਰ੍ਹਾਂ ਉਹ ਪਰਮਾਤਮਾ ਨੂੰ ਗਾਉਣਾ, ਗਾਉਣ ਤੋਂ ਭਾਵ ਪ੍ਰਭਾਵਿਤ ਹੋ ਜਾਣਾ, ਉਹਦੇ ਹੁਕਮ ਦੇ ਵਿੱਚ ਚੱਲਣਾ। ਇਸ ਤਰ੍ਹਾਂ ਗਾ ਰਹੀ ਹੈ ਪਵਨ। ਹੇ ਵਾਹਿਗੁਰੂ, ਪੌਣ ਜਿਹੜੀ ਪਵਨ ਆ, ਉਹ ਤੇਰੇ ਹੁਕਮ ਦੇ ਵਿੱਚ ਚੱਲ ਕੇ ਤੈਨੂੰ ਗਾ ਰਹੀ ਹੈ। ਪਾਣੀ ਵੀ ਤੈਨੂੰ ਗਾ ਰਿਹਾ, ਅੱਗ ਵੀ ਤੈਨੂੰ ਗਾ ਰਹੀ ਹੈ, ਜਿਹੜਾ ਧਰਮ ਰਾਜਾ ਕਿਹਾ ਜਾਂਦਾ ਉਹ ਵੀ ਤੈਨੂੰ ਗਾ ਰਿਹਾ ਹੈ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਤੇ ਫਿਰ ਜਿਹੜੇ ਚਿੱਤਰ ਗੁਪਤ ਕਹੇ ਜਾਂਦੇ ਆ, ਉਹ ਵੀ ਤੇਰੇ ਹੁਕਮ ਦੇ ਵਿੱਚ ਹੀ ਆ। ਇਹ ਪ੍ਰਮਾਤਮਾ, ਉਹ ਵੀ ਤੈਨੂੰ ਗਾ ਰਹੇ ਆ, ਉਹ ਵੀ ਲੇਖਾ ਲਿਖ ਕੇ ਜੀਵਾਂ ਦਾ, ਉਹਦੇ ਵਿੱਚ ਕੋਈ ਬੇਈਮਾਨੀ ਨਹੀਂ ਕਰ ਸਕਦੇ, ਕੋਈ ਝੂਠ ਤੂਫਾਨ ਨਹੀਂ, ਕੋਈ ਇੱਧਰ ਉੱਧਰ ਨਹੀਂ ਜਿਹੜਾ ਕਰ ਸਕਦੇ। ਉਹ ਵੀ ਧਰਮ ਦੀ ਤੱਕੜੀ ਨਾਲ ਜੀਵਾਂ ਦੇ ਲੇਖਾਂ ਨੂੰ ਤੋਲ ਰਹੇ ਆ, ਸਮਝਾ ਰਹੇ ਆ, ਉਹ ਵੀ ਤੇਰੀਆਂ ਵਿਚਾਰਾਂ ਕਰ ਰਹੇ ਹਨ। ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਬਾਰੇ। ਹੇ ਵਾਹਿਗੁਰੂ, ਤੈਨੂੰ ਈਸ਼ਰ ਬ੍ਰਹਮਾ, ਦੇਵੀ ਦੇਵੀ ਦੇਵਤੇ, ਇਹ ਸਾਰੇ ਤੇਰੇ ਦੁਆਰੇ ਤੇ ਖੜੇ ਤੈਨੂੰ ਗਾ ਰਹੇ ਹਨ। ਗਾਵਨ ਤੁਧਨੋਂ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਇਹ ਇੰਦਰ ਦੇਵਤਾ, ਇੰਦਰ ਆਸਣ, ਇੰਦਰਾਸਣ ਦਾ ਅਰਥ ਹੈ ਇੰਦਰ ਆਪਣੇ ਆਸਣ ਤੇ ਬੈਠਾ ਗਾ ਰਿਹਾ ਹੈ। ਤੇ ਬਹੁਤ ਸਾਰੇ ਇੰਦਰ ਦੇਵਤੇ ਦੇ ਨਾਲ ਦੇਵੀ ਦੇਵਤੇ ਤੈਨੂੰ ਗਾ ਰਹੇ ਹਨ। ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋਂ ਸਾਧ ਵਿਚਾਰੇ। ਹੇ ਪ੍ਰਮਾਤਮਾ, ਅਨੇਕਾਂ ਹੀ ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਆ, ਤੇਰੇ ਹੁਕਮ ਦੇ ਵਿੱਚ ਚੱਲ ਰਹੇ ਆ, ਤੇਰੇ ਹੁਕਮ ਦੀ ਸਲਾਹਨਾ ਕਰ ਰਹੇ ਆ। ਤੇਰੇ ਜਿਹੜਾ ਹੈ ਕੀਤੇ ਦੀਆਂ, ਤੇਰੇ ਜਿਹੜਾ ਤੇਰਾ ਪਸਾਰਾ ਹੈ, ਉਹਦੀਆਂ ਵਿਚਾਰਾਂ ਕਰ ਕਰਕੇ ਤੈਨੂੰ ਸਿੱਧ ਲੋਕ ਵੀ ਗਾ ਰਹੇ ਹਨ। ਗਾਵਨ ਤੁਧਨੋਂ ਜਤੀ ਸਤੀ ਸੰਤੋਖੀ, ਗਾਵਨ ਤੁਧਨੋਂ ਵੀਰ ਕਰਾਰੇ। ਜਤੀ ਲੋਕ, ਸਤ ਵਾਲੇ ਲੋਕ, ਸੰਤੋਖੀ ਲੋਕ, ਜਿਨ੍ਹਾਂ ਦੇ ਅੰਦਰ ਸੰਤੋਖ ਪੈਦਾ ਹੋ ਗਿਆ, ਤੇ ਵੱਡੇ ਵੱਡੇ ਵੀਰ ਜਿਹੜੇ ਯੋਧੇ, ਮਹਾਬੀਲ, ਕਰਾਰੇ, ਜਿਹੜੇ ਕਰਾਰੇ ਹੱਥਾਂ ਵਾਲੇ, ਬੜੇ ਬੜੇ ਤਾਕਤਵਰ, ਉਹ ਵੀ ਤੈਨੂੰ ਗਾ ਰਹੇ ਹਨ। ਗਾਵਨ ਤੁਧਨੋਂ ਪੰਡਤ ਪੜਨ ਰਖੀਸਰ,
जुग जुग वेदां नाले। हे वाहिगुरू, ਪੰਡਤ ਲੋਕ ਵੀ ਤੈਨੂੰ ਗਾ ਰਹੇ ਹਨ। ਰਖੀਸਵਰ, ਦੇਵੀ ਦੇਵਤਿਆਂ ਦੇ ਰਿਖੀ, ਉਹਨਾਂ ਦੇ ਦੇਵਤੇ, ਸਾਰਾ ਕੁਝ ਤੈਨੂੰ ਗਾ ਰਿਹਾ ਹੈ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਏ ਆਲੇ। ਸੁਰਗਾਂ ਦੀਆਂ ਮੋਹਣੀਆਂ ਇਸਤਰੀਆਂ ਵੀ ਹੈ ਵਾਹਿਗੁਰੂ ਤੈਨੂੰ ਗਾ ਰਹੀਆਂ ਹਨ। ਗਾਵਨ ਤੁਧਨੋ ਰਤਨ ਪਾਏ ਤੇਰੇ, 68 ਤੀਰਥ ਨਾਲੇ। ਹੇ ਵਾਹਿਗੁਰੂ, ਜਿਹੜੇ ਤੂੰ ਰਤਨ ਪੈਦਾ ਕੀਤੇ ਤੇ 68 ਤੀਰਥ, ਇਹ ਸਮੁੰਦਰ, ਸਾਰਾ ਕੁਝ ਖਾਣੀਆਂ ਬਾਣੀਆਂ ਤੈਨੂੰ ਗਾ ਰਹੀਆਂ ਹਨ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਜੋਧੇ, ਮਹਾਬਲੀ, ਸੂਰਮੇ, ਸੱਚ ਦੀਆਂ ਲੜਾਈਆਂ ਲੜਨ ਵਾਲੇ, ਆਪਣੇ ਅੰਦਰ ਦੀ ਲੜਾਈ ਲੜਨ ਵਾਲੇ ਤੇ ਜਿੱਤਣ ਵਾਲੇ ਸੂਰਮੇ, ਇਹ ਵੀ ਤੈਨੂੰ ਗਾ ਰਹੇ ਆ। ਭਾਵ ਕਿ ਚਾਰੇ ਖਾਣੀਆਂ ਹੀ ਤੈਨੂੰ ਗਾ ਰਹੀਆਂ ਹਨ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਇਹ ਖੰਡ ਮੰਡਲ ਬ੍ਰਹਮੰਡ, ਖੰਡਾ ਬ੍ਰਹਮੰਡ, ਸਾਰੇ ਇਹੋ ਜਿਹੀਆਂ ਧਰਤੀਆਂ, ਆਕਾਸ਼, ਸਾਰਾ ਕੁਝ ਹੀ ਤੈਨੂੰ ਗਾ ਰਿਹਾ, ਕਿਉਂਕਿ ਤੇਰਾ ਹੀ ਬਣਾਇਆ ਸਾਰਾ ਕੁਝ ਚੱਲ ਰਿਹਾ ਹੈ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਪਰ ਇੱਕ ਗੱਲ ਆ, ਮਨੁੱਖ ਵੀ ਬਹੁਤ ਸਾਰੇ ਗਾ ਰਹੇ ਆ, ਪਰ ਗਾ ਉਹੀ ਰਹੇ ਆ ਜਿਹੜੇ ਤੈਨੂੰ ਭਾਉਣ ਨੂੰ ਫਿਰਦੇ ਆ, ਜਿਹੜੇ ਤੇਰੇ ਅੱਗੇ ਜਿਹੜੇ ਡਿੱਗ ਪੈਂਦੇ ਆ, ਜਿਹੜੇ ਪ੍ਰਵਾਨ ਹੋਣ ਨੂੰ ਫਿਰਦੇ ਆ, ਜਿਨ੍ਹਾਂ ਤੇ ਤੂੰ ਕਿਰਪਾ ਕਰ ਦਿੰਨਾ, ਜਿਹੜੇ ਤੈਨੂੰ ਭਾਉਣ ਦੀ ਤਿਆਰੀ ਕਰ ਲੈਂਦੇ ਆ, ਉਹ ਤੈਨੂੰ ਗਾ ਰਹੇ ਆ। ਰਤੇ ਤੇਰੇ ਭਗਤ ਰਸਾਲੇ। ਰਸ ਵਿੱਚ, ਇਹ ਗੁਰਬਾਣੀ ਦਾ ਰਸ ਮਿਲਦਾ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਆ, ਜਦੋਂ ਸਾਡਾ ਮਨ ਟਿਕਦਾ, ਇਹਦੇ 'ਚ ਰਸ ਆਉਣਾ ਸ਼ੁਰੂ ਹੋ ਜਾਂਦਾ। ਤੇਰੇ ਬਹੁਤ ਸਾਰੇ ਭਗਤ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਰਸ ਲੈ ਲੈ ਕੇ ਤੈਨੂੰ ਗਾ ਰਹੇ ਹਨ। ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਇੰਨੇ ਸਾਰੇ ਗਣਾ ਵੀ ਦਿੱਤੇ ਤੇ ਫਿਰ ਨਿਮਰਤਾ ਦੀ ਮੂਰਤ ਦੇਖੋ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਕੀਤੇ, ਹੋਰ ਵੀ ਕਿੰਨੇ ਤੁਧਨੋਂ ਗਾਵਨ ਤੈਨੂੰ ਗਾ ਰਹੇ ਆ, ਮੇਰੇ ਚਿੱਤ 'ਚ, ਮੇਰੇ ਚੇਤੇ 'ਚ ਨਹੀਂ ਆਉਂਦੇ। ਨਾਨਕ ਕਿਆ ਵਿਚਾਰੇ, ਕੀ ਵਿਚਾਰ ਦੱਸ ਸਕਦਾ ਨਾਨਕ ਵਿਚਾਰਾ। ਭਾਵ ਕਿ ਅਸੀਂ ਬਹੁਤ ਛੋਟੇ ਹਾਂ। ਹੇ ਪ੍ਰਮਾਤਮਾ, ਤੈਨੂੰ ਸਾਰਾ ਕੁਝ ਗਾ ਰਿਹਾ, ਜੇ ਕੁਝ ਭੁੱਲ ਵੀ ਗਏ ਹੋਈਏ ਉਹ ਵੀ ਤੈਨੂੰ ਗਾ ਰਹੇ ਹਨ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਸੋਈ ਸੋਈ, ਜੁਗਾਂ ਜੁਗਾਂਤਰਾਂ ਤੋਂ ਜਿਹੜਾ ਹੈ ਧਰਤੀ ਬਣਦੀ ਆ, ਖਤਮ ਹੁੰਦੀ ਆ, ਜੀਵ ਪੈਦਾ ਹੁੰਦੇ ਆ, ਖਤਮ ਹੋ ਜਾਂਦੇ ਆ, ਪਰ ਉਹ ਪ੍ਰਮਾਤਮਾ ਦਾ ਨਾਮ ਤੇ ਪ੍ਰਮਾਤਮਾ ਸਦਾ ਸੱਚ ਹੈ। ਸੋਈ ਸੋਈ ਸਦਾ ਸੱਚ, ਸੱਚੇ ਹੋ ਕੇ ਹੀ ਉਹ ਸੱਚੇ ਪ੍ਰਮਾਤਮਾ ਦੇ ਨਾਲ ਨੇੜਤਾ ਪ੍ਰਾਪਤ ਕਰ ਸਕਦੇ ਹਾਂ। ਸਾਹਿਬ ਸਾਚਾ, ਉਹ ਸਾਹਿਬ ਹੈ, ਉਹ ਮਾਲਕ ਹੈ ਸਭ ਦਾ, ਤੇ ਸਾਚਾ ਹੈ, ਸੱਚਾ ਹੈ। ਸਾਚੀ ਨਾਈ, ਤੇ ਉਹਦਾ ਸੱਚਾ ਹੀ ਨਾਮ ਹੈ ਭੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਭਾਵ ਉਹ ਹੈ, ਹੁਣ ਹਾਜ਼ਰ ਨਾਜ਼ਰ ਹੈ। ਉਹ ਜਿਹੜਾ ਜਦੋਂ ਦੁਨੀਆ ਬਣੀ ਸੀ, ਜਦੋਂ ਦੇ ਯੁੱਗ ਬਣੇ, ਉਦੋਂ ਪਹਿਲਾਂ ਵੀ ਸੀ, ਬਾਅਦ ਦੇ ਵਿੱਚ ਵੀ ਹੋਵੇਗਾ। ਉਹ ਸਦਾ ਕਾਲ ਵਾਸਤੇ ਹੈ, ਹੁਣ ਵੀ ਹੈ, ਅੱਗੇ ਵੀ ਹੋਵੇਗਾ। ਜਾਏ ਨਾ ਜਾਸੀ, ਉਹ ਕਿਤੇ ਨਹੀਂ ਜਾਂਦਾ। ਰਚਨਾ ਜਿਨ ਰਚਾਈ, ਜਿਸ ਵਾਹਿਗੁਰੂ ਨੇ ਸਾਰੀ ਇਹ ਰਚਨਾ ਪੈਦਾ ਕੀਤੀ ਹੈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਪਾਈ। ਰੰਗੀ ਰੰਗੀ, ਰੰਗਾਂ ਰੰਗਾਂ ਦੇ ਵੱਖ ਵੱਖ ਤਰੀਕਿਆਂ ਦੇ, ਭਾਂਤ ਭਾਂਤ ਦੀਆਂ ਜਿਨਸਾਂ ਜੀਵ ਪੈਦਾ ਕੀਤੇ, ਮਾਇਆ ਜਿਨ ਉਪਾਈ। ਇਹ ਦਿਖਦਾ ਸਾਰਾ ਇਹਦੇ ਵਿੱਚ ਮਾਇਆ ਦਾ ਅੰਸ਼ ਹੈ। ਜੋ ਨਹੀਂ ਦਿਖਦਾ, ਜੋ ਪ੍ਰਮਾਤਮਾ ਦੇ ਅਸੂਲ ਆ, ਅਕਾਲ ਪੁਰਖ ਵਾਹਿਗੁਰੂ ਦੇ, ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਪਿਰੀ। ਮੇਰਾ ਪ੍ਰਮਾਤਮਾ ਜਿਨ੍ਹਾਂ ਅੱਖਾਂ ਨਾਲ ਦਿਸਦਾ ਉਹ ਅੱਖਾਂ ਹੋਰ ਆ, ਇਹਨਾਂ ਅੱਖਾਂ ਨਾਲ ਨਹੀਂ ਦੀਂਦਾ। ਤੇ ਜੋ ਇਹਨਾਂ ਅੱਖਾਂ ਦੇ ਨਾਲ ਦੀਂਦਾ ਉਹਦੇ ਵਿੱਚ ਮਾਇਆ ਦਾ ਅੰਸ਼ ਹੈ, ਉਹ ਖਤਮ ਹੋ ਜਾਣ ਵਾਲੀ ਚੀਜ਼ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ।
ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਉਹ ਸਾਰੀ ਸ੍ਰਿਸ਼ਟੀ ਨੂੰ, ਸਾਰੇ ਜੀਵਾਂ ਨੂੰ ਪੈਦਾ ਕਰਕੇ ਐਬਸੈਂਟ ਨਹੀਂ ਹੈ, ਉਹ ਦੇਖ ਰਿਹਾ ਸਾਰੇ ਜੀਵਾਂ ਨੂੰ। ਉਹ ਜਿਹੜਾ ਹੈ ਉਹਦਾ ਹੁਕਮ ਚੱਲ ਰਿਹਾ ਹੈ, ਉਹਨੇ ਨੱਥਿਆ ਹੋਇਆ ਸਵਾਸਾਂ ਦੀ ਨੱਥ ਪਾ ਕੇ, ਤੇ ਸਾਰਿਆਂ ਦਾ ਲੇਖਾ ਵੀ ਹੋ ਰਿਹਾ ਹੈ। ਜਿਉ ਤਿਸ ਦੀ ਵਡਿਆਈ, ਇਹੀ ਉਹਦੀ ਵੱਡੀ ਵਡਿਆਈ ਹੈ ਕਿ ਸਾਰੇ ਜੀਵਾਂ ਨੂੰ ਬਣਾ ਕੇ ਉਹਦੇ ਤੇ ਨਿਗਾਹ ਵੀ ਰੱਖੀ ਹੋਈ ਹੈ ਜੀ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਜੋ ਤਿਸ ਭਾਵੈ, ਉਹ ਜਿਵੇਂ ਪ੍ਰਮਾਤਮਾ ਨੂੰ ਭਾਉਂਦਾ ਸੋਈ ਕਰਸੀ, ਉਸੇ ਤਰ੍ਹਾਂ ਹੀ ਹੁੰਦਾ ਭਾਈ। ਕੋਈ ਮਨੁੱਖ ਕਿਸੇ ਵੀ ਕਰਮ ਕਾਂਡ ਦੇ ਨਾਲ ਉਹਦੀ ਹੁਕਮ ਦੀ ਤਬਦੀਲੀ ਨਹੀਂ ਕਰ ਸਕਦਾ। ਫਿਰ ਹੁਕਮ ਨਾ ਕਰਨਾ ਜਾਈ, ਉਹਨੂੰ ਹੁਕਮ ਨਹੀਂ ਕੀਤਾ ਜਾ ਸਕਦਾ, ਨਾ ਉਹਦੇ ਹੁਕਮ ਨੂੰ ਬਦਲਿਆ ਜਾ ਸਕਦਾ। ਸਿਰਫ ਸਮਝ ਕੇ ਆਨੰਦ ਲਿਆ ਜਾ ਸਕਦਾ ਹੈ ਜੀ। ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਜਿਹੜੇ ਐਡੇ ਪ੍ਰਮਾਤਮਾ ਵਾਹਿਗੁਰੂ ਦੇ ਅਕਾਲ ਪੁਰਖ ਦੇ ਗੁਰੂ ਪਾਤਸ਼ਾਹ ਜੀ ਨੇ ਦਰਸ਼ਨ ਕਰਾਏ ਆ, ਉਹ ਭਾਈ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਦੁਨੀਆ ਦੇ ਪਾਤਸ਼ਾਹ ਆਉਂਦੇ ਆ ਚਲੇ ਜਾਂਦੇ ਆ। ਅੱਜ ਰਾਜ ਕਰਦਾ ਤੇ ਕੱਲ੍ਹ ਨੂੰ ਹੋ ਸਕਦਾ ਜੇਲ੍ਹ ਦੇ ਵਿੱਚ ਹੋਵੇ। ਇਹ ਦੁਨੀਆ ਦੇ ਪਾਤਸ਼ਾਹਾਂ ਦੀਆਂ ਗੱਲਾਂ, ਪਰ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਇੱਕੋ ਹੀ ਹੈ, ਨਾਨਕ ਰਹਿਣ ਰਜਾਈ। ਉਹਦੀ ਰਜਾ ਦੇ ਵਿੱਚ ਚੱਲ ਕੇ ਹੀ ਹੇ ਜੀਵ ਤੈਨੂੰ ਸੁੱਖ ਮਿਲ ਸਕਦਾ ਹੈ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅਗਲੇ ਸ਼ਬਦ ਦੀ ਬਖਸ਼ਿਸ਼ ਕਰ ਰਹੇ ਹਨ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਹੁਣ ਸੁਣ ਸੁਣ ਕੇ ਇੱਕ ਪ੍ਰੈਕਟੀਕਲ ਅਵਸਥਾ, ਦੇਖ ਲੈਣਾ, ਚਲੇ ਜਾਣਾ, ਉੱਥੇ ਪਹੁੰਚ ਜਾਣਾ। ਇੱਕ ਹੁੰਦਾ ਗਿਆਨ ਗੁਰਮੁਖੋ, ਇੱਕ ਹੁੰਦੀ ਆ ਜਾਣਕਾਰੀ। ਇਹਦੇ 'ਚ ਥੋੜ੍ਹਾ ਜਿਹਾ ਫਰਕ ਆ। ਜਾਣਕਾਰੀ ਤੇ ਗਿਆਨ 'ਚ ਦੇਖਣ ਨੂੰ ਐਂ ਲੱਗਦਾ ਵੀ ਜਿਵੇਂ ਜਾਣਕਾਰੀ ਵੀ ਉਹੀ ਚੀਜ਼ ਆ ਤੇ ਗਿਆਨ ਵੀ ਨਹੀਂ। ਜਾਣਕਾਰੀ ਇੱਕ ਉਦਾਹਰਨ ਲੈ ਲਈਏ, ਜਿਵੇਂ ਕੇਲੇ ਬਾਰੇ ਮੈਨੂੰ ਜਾਣਕਾਰੀ ਆ ਵੀ ਇਹਦਾ ਉੱਪਰਲਾ ਜਿਹੜਾ ਛਿਲਕਾ ਉਹ ਲਾਹ ਕੇ ਖਾਈਦਾ। ਉਹਨੂੰ ਲਾਇਆ ਜਾਂਦਾ ਪਹਿਲਾਂ ਛਿਲਕੇ ਨੂੰ, ਫਿਰ ਉਹਨੂੰ ਖਾਇਆ ਜਾਂਦਾ, ਅੰਦਰੋਂ ਗੁੱਦਾ ਹੁੰਦਾ। ਇਹ ਜਾਣਕਾਰੀ ਆ, ਖਾਧਾ ਨਹੀਂ ਹਲੇ। ਤੇ ਜਦੋਂ ਖਾ ਲਿਆ ਉਹ ਕੇਲਾ, ਫਿਰ ਗਿਆਨ ਬਣ ਗਿਆ। ਫਿਰ ਪਤਾ ਲੱਗ ਗਿਆ ਵੀ ਉਹ ਲਾਉਣ 'ਤੇ ਕਿੰਨਾ ਟਾਈਮ ਲੱਗਦਾ, ਉਹ ਜਿਹੜਾ ਉੱਪਰਲਾ ਪੱਤਾ ਕਿਹੋ ਜਿਹਾ ਹੁੰਦਾ, ਉਹਨੂੰ ਸਿੱਟਣਾ ਵਾ, ਅਤੇ ਥੱਲਿਓ ਗੁੱਦਾ ਕਿੰਨਾ ਮਿੱਠਾ ਕਿੰਨਾ ਪੋਲਾ। ਅਨੁਭਵ ਹੋ ਗਿਆ, ਭਾਵ ਕਿ ਹੁਣ ਅਸੀਂ ਇਹ ਜਾਣਕਾਰੀ ਲੈਣੀ ਆ। ਸਾਰੀ ਜਾਣਕਾਰੀ ਲੈ ਕੇ ਉਹ ਪ੍ਰਮਾਤਮਾ ਦੇ ਨਾਲ ਖੁਦ ਮਿਲਣਾ, ਖੁਦ ਮਿਲਾਪ ਕਰਨਾ। ਸੁਣ ਕੇ ਤਾਂ ਸਾਰੇ ਕਹੀ ਜਾਂਦੇ ਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਸੁਣ ਕੇ ਵੱਡਾ ਆਖੈ ਸਭ ਕੋਏ। ਸੁਣ ਕੇ ਤਾਂ ਸਾਰੇ ਹੀ ਉਹਨੂੰ ਵੱਡਾ ਵੱਡਾ ਕਹੀ ਜਾਂਦੇ ਆ। ਕੇਵਡ ਵੱਡਾ, ਕਿੱਡਾ ਵੱਡਾ ਹੈ, ਡੀਠਾ ਹੋਏ, ਦੇਖ ਕੇ ਹੀ ਪਤਾ ਲੱਗਦਾ ਹੈ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕੀਮਤ ਪਾਏ ਨਾ ਕਹਿਆ ਜਾਏ, ਨਾ ਤੇਰੀ ਕੀਮਤ ਪਾਈ ਜਾ ਸਕਦੀ ਹੈ, ਨਾ ਇਸ ਤੁੱਛ ਬੁੱਧੀ ਨਾਲ ਤੈਨੂੰ ਪੂਰਾ ਕਹਿਆ ਜਾ ਸਕਦਾ। ਤੇ ਫਿਰ ਕਹਿੰਨੇ ਕਿਉਂ ਆ? ਸਵਾਲ ਇਹ ਬਣ ਗਿਆ ਨਾ। ਹੁਣ ਉਹਨੂੰ ਜਦੋਂ ਕਿਹਾ ਹੀ ਨਹੀਂ ਜਾ ਸਕਦਾ ਤੇ ਫਿਰ ਕਹਿੰਨੇ ਕਿਉਂ ਆ? ਜੇ ਸਭ ਕੋ ਆਖੈ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਸਾਰਿਆਂ ਦੇ ਕਹਿਣ ਨਾਲ ਵੱਡਾ ਹੁੰਦਾ ਤੇ ਨਾ ਸਾਰਿਆਂ ਦੇ ਕਹਿਣ ਨਾਲ ਨਿੰਦਣ ਨਾਲ ਉਹ ਛੋਟਾ ਹੁੰਦਾ। ਫਿਰ ਕਹਿਣ ਦਾ ਕੀ ਫਾਇਦਾ ਹੋ ਗਿਆ? ਇੱਥੇ ਸਵਾਲ ਬਣਦਾ ਇੱਕ ਵੀ ਉਹਦਾ ਨਾਮ ਵੱਡਾ ਵੱਡਾ ਕਹੀਏ ਕਿਉਂ? ਉਹਦੇ ਤੇ ਫਰਕ ਹੀ ਨਹੀਂ ਪੈਣਾ। ਉਹ ਭਾਈ ਇਹ ਗੱਲ ਆ ਵੀ ਐਕਸ਼ਨ ਦਾ ਰਿਐਕਸ਼ਨ ਹੁੰਦਾ। ਉਹਨੂੰ ਵੱਡਾ ਵੱਡਾ ਕਹਿਣ ਵਾਲੇ ਜਿਹੜੇ ਉਹ ਆਪ ਮਨ ਛੋਟੇ ਛੋਟੇ ਹੁੰਦੇ ਜਾਂਦੇ ਆ। ਇੱਕ ਦਿਨ ਜ਼ੀਰੋ ਹੋ ਕੇ ਉਹ ਕਹਿਣ ਵਾਲੇ ਦੇ ਵਿੱਚ ਸਮਾ ਜਾਂਦੇ ਆ। ਕਿਹਾ ਤਾਂ ਨਹੀਂ ਜਾ ਸਕਦਾ ਪੂਰਾ, ਪਰ ਉਹਦੇ ਵਿੱਚ ਸਮਾਇਆ ਜਾ ਸਕਦਾ। ਕੀਮਤ ਪਾਏ ਨਾ ਕਹਿਆ ਜਾਏ, ਉਹਦੀ ਨਾ ਕੀਮਤ ਪਾਈ ਜਾ ਸਕਦੀ ਹੈ ਭਾਈ, ਨਾ ਪੂਰਾ ਕਿਹਾ ਜਾ ਸਕਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਫਿਰ ਕਹਿਣ ਦਾ ਫਾਇਦਾ ਇਹ ਹੈ ਵੀ ਕਹਿਣ ਵਾਲੇ, ਗੁਣ ਗਾਉਣ ਵਾਲੇ, ਪ੍ਰਭਾਵਿਤ ਹੋਣ ਵਾਲੇ, ਮੰਨਣ ਵਾਲੇ ਉਹ ਤੇਰੇ ਵਿੱਚ ਸਮਾ ਜਾਂਦੇ ਹਨ। ਵੱਡੇ ਮੇਰੇ ਸਾਹਿਬਾ
ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨ ਜਾਣੈ ਤੇਰਾ ਕੀਤਾ ਕੇ ਬੜ ਚੀਰਾ ਰਹਾਓ। ਵੱਡੇ ਮੇਰੇ ਸਾਹਿਬਾ, हे ਮੇਰੇ ਸਾਹਿਬ, हे ਮੇਰੇ ਮਾਲਕ, ਤੁਸੀਂ ਬਹੁਤ ਵੱਡੇ ਹੋ। ਗਹਿਰ ਗੰਭੀਰਾ, ਤੁਸੀਂ ਗਹਿਰ ਤੇ ਗੰਭੀਰ ਹੋ। ਤੁਸੀਂ ਬਹੁਤ ਜਿਹੜਾ ਹੈ ਗਹਿਰੇ ਹੋ, ਡੂੰਘੇ ਹੋ, ਗੰਭੀਰ ਹੋ। ਗੁਣੀ ਗਹੀਰਾ, ਗੁਣਾਂ ਦੇ ਗਹੀਰੇ ਹੋ। ਗਹੀਰਾ ਸ਼ਬਦ ਆਪਾਂ ਜਿਹੜੀਆਂ ਬੀਬੀਆਂ ਪਾਥੀਆਂ ਇਕੱਠੀਆਂ ਕਰਦੀਆਂ ਉਹਨੂੰ ਵੀ ਗਹੀਰਾ ਕਿਹਾ ਜਾਂਦਾ। ਤੇ ਇਹ ਮੈਂ ਇਹ ਸਮਝਦਾ, ਮੈਂ ਆਪਣੇ ਮੁਤਾਬਕ ਇਹ ਮੈਂ ਲਿਖਿਆ ਤਾਂ ਨਹੀਂ ਪੜ੍ਹਿਆ ਕਿਤੋਂ, ਪਰ ਮੈਂ ਇਹ ਸਮਝਦਾ ਜਿਵੇਂ ਗਹੀਰੇ ਦੇ ਵਿੱਚ ਲੱਖਾਂ ਹੀ ਪਾਥੀਆਂ, ਕਿੱਡੀਆਂ ਕਿੱਡੀਆਂ ਬੁੜੀਆਂ ਪਾਥੀਆਂ ਨਾਲ ਗਹੀਰਾ ਬਣਾ ਲੈਂਦੀਆਂ, ਇਸੇ ਤਰ੍ਹਾਂ ਪਰਮਾਤਮਾ ਨੂੰ ਗਹਿਰ ਗੰਭੀਰ ਤਾਂ ਕਿਹਾ ਕਿ ਇਹਦੇ ਵਿੱਚੋਂ ਗੁਣ ਨਿਕਲਦੇ ਆ। ਜਿਵੇਂ ਵੱਡੇ ਗਹੀਰੇ ਦੇ ਵਿੱਚੋਂ ਪਾਥੀਆਂ ਨਿਕਲਦੀਆਂ ਆਉਂਦੀਆਂ, ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਅੰਦਰੋਂ ਗੁਣ ਨਿਕਲਦੇ ਆਉਂਦੇ ਆ, ਨਿਕਲਦੇ ਹੀ ਆਉਂਦੇ ਆ। ਵੱਡੇ ਮੇਰੇ ਸਾਹਿਬਾ, ਤੂੰ ਗਹਿਰ ਤੇ ਗੰਭੀਰ ਹੈ, ਤੂੰ ਗੁਣਾਂ ਦਾ ਖਜ਼ਾਨਾ ਹੈ। ਕੋਈ ਨਾ ਜਾਣੈ ਤੇਰਾ ਕੀਤਾ ਕੇ ਬੜ ਚੀਰਾ। ਕੋਈ ਨਹੀਂ ਜਾਣ ਸਕਦਾ ਕਿ ਤੂੰ ਕਿੱਡਾ ਵੱਡਾ ਹੈ, ਕਿੱਡਾ ਵੱਡਾ ਤੇਰਾ ਹੁਕਮ ਚੱਲ ਰਿਹਾ ਹੈ, ਕਿੱਡਾ ਤੇਰਾ ਵਿਸਥਾਰ ਹੈ, ਕਿੱਡਾ ਤੇਰਾ ਖਿਲਾਰਾ ਹੈ। ਇਹ ਨਹੀਂ ਕਿਹਾ ਜਾ ਸਕਦਾ। ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸਾਰੀਆਂ ਸੁਰਤੀਆਂ ਬਿਰਤੀਆਂ ਜਿਹੜੀਆਂ ਆਪਾਂ ਸ਼ੁਰੂ 'ਚ ਆਪਾਂ ਕਹਿੰਦੇ ਆ ਨਾ, ਮਨ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ, ਇਹ ਖਿੰਡ ਜਾਂਦੀਆਂ। ਅੰਮ੍ਰਿਤ ਵੇਲੇ ਤਕਰੀਬਨ 50% ਮਨ ਸ਼ੁੱਧ ਰੂਪ ਦੇ ਵਿੱਚ ਹੁੰਦਾ। ਸ਼ਾਮ ਤੱਕ ਇਹਨੂੰ ਬਹੁਤ ਕੁਝ ਹੋ ਜਾਂਦਾ। ਸਭ ਸੁਰਤੀਆਂ ਮਿਲ ਸੁਰਤ ਕਮਾਈ, ਸਾਰੀਆਂ ਸੁਰਤੀਆਂ ਮਿਲ ਕੇ ਉਹਨਾਂ ਦੀ ਕਮਾਈ ਜੇ ਕੀਤੀ ਜਾਵੇ, ਜੇ ਗੱਲ ਕੀਤੀ ਜਾਵੇ, ਸਭ ਕੀਮਤ ਮਿਲ ਕੀਮਤ ਪਾਈ, ਸਾਰੇ ਮਿਲ ਕੇ ਉਹਦੀ ਕੀਮਤ ਪਾਉਣ ਲੱਗਣ। ਗਿਆਨੀ ਧਿਆਨੀ ਗੁਰ ਗੁਰਹਾਈ, ਗਿਆਨੀ ਧਿਆਨੀ ਇਕੱਠੇ ਹੋ ਕੇ ਉਹਨੂੰ ਵੱਡੇ ਗੁਰੂ ਨੂੰ ਗਾਉਣ ਲੱਗਣ, ਕਹਿਣ ਲੱਗਣ, ਵਿਚਾਰਾਂ ਕਰਨ ਲੱਗਣ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੇ ਪਰਮਾਤਮਾ, ਤੂੰ ਐਡਾ ਵੱਡਾ। ਉਹ ਆਪਦਾ ਆਨੰਦ ਲੈ ਸਕਦੇ ਆ, ਤੇਰੇ ਵਿੱਚ ਜੀਵ ਸਮਾ ਸਕਦੇ ਆ, ਪਰ ਤੇਰੀ ਇੱਕ ਤਿਲ ਜਿੰਨੀ ਵਡਿਆਈ ਵੀ ਨਹੀਂ ਕੀਤੀ ਜਾ ਸਕਦੀ। ਕਿਉਂਕਿ ਜਿੰਨਾ ਉਹਨੂੰ ਜਾਣਿਆ ਜਾ ਸਕਦਾ ਨਾ, ਜਾਣਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਉਹਦਾ ਹੋਰ ਫੈਲਾ ਦਿਸੀ ਜਾਂਦਾ ਅੱਗੇ, ਹੋਰ ਤੇ ਉਹਦੀ ਤਿਲ ਜਿੰਨੀ ਵੀ ਵਡਿਆਈ ਅਸੀਂ ਨਹੀਂ ਕਰ ਸਕਦੇ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਾਰੇ ਸਤ ਇਕੱਠੇ ਕਰ ਲਏ ਜਾਣ, ਸਾਰੇ ਤਪ ਇਕੱਠੇ ਕਰ ਲਏ ਜਾਣ, ਸਾਰੀਆਂ ਚੰਗੀਆਂ ਗੱਲਾਂ ਇਕੱਠੀਆਂ ਕਰ ਲਈਆਂ ਜਾਣ। ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਸਿੱਧਾਂ ਦੀਆਂ ਪੁਰਖਾਂ ਦੀਆਂ ਜਿਹੜੇ ਸਿੱਧੀਆਂ ਪ੍ਰਾਪਤ ਕਰ ਗਏ, ਸਿੱਧੇ ਹੋ ਗਏ, ਸਿੱਧ ਹੋ ਗਏ, ਜਿਨ੍ਹਾਂ ਨੇ ਮਨ ਸਾਧ ਲਿਆ, ਆਪਣਾ ਮਨ ਦੇ ਬਿੰਗ ਬਲ ਕੱਢ ਲਏ, ਉਹ ਵੀ ਵਡਿਆਈਆਂ ਕਰ ਰਹੇ ਆ। ਤੁਧ ਬਿਨ ਸਿੱਧੀ ਕਿਨੇ ਨਾ ਪਾਈ ਹੈ। ਪਰ ਇਹ ਸਿੱਧੀਆਂ, ਇਹ ਸਿੱਧੇ ਰਸਤੇ ਤੇ ਚੱਲਣਾ, ਸੱਚ ਦੀ ਪ੍ਰਾਪਤੀ ਕਰਨੀ, ਧਰਮ ਖੰਡ ਵਿੱਚ ਪਹੁੰਚਣਾ, ਗਿਆਨ ਖੰਡ ਵਿੱਚ ਪਹੁੰਚਣਾ, ਇਹ ਵੀ ਤੇਰੀ ਕਿਰਪਾ ਨਾਲ ਹੀ ਹੋ ਸਕਦਾ। ਤੇਰੀ ਕਿਰਪਾ ਤੋਂ ਬਿਨਾਂ ਕਿਹਨੇ ਸਿੱਧੀਆਂ ਪ੍ਰਾਪਤ ਕੀਤੀਆਂ ਜੀ। ਕਰਮ ਮਿਲੈ ਨਾਹੀ ਠਾਕ ਰਹਾਈਐ। ਇਹ ਕਰਮ ਮਿਲੈ, ਬਖਸ਼ਿਸ਼ ਦੇ ਵਿੱਚ ਮਿਲਦੀਆਂ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ, ਜੋ ਵੀ ਅੰਦਰ ਗਿਆਨ ਧਿਆਨ ਜੋ ਵੀ ਕੁਝ ਪ੍ਰਾਪਤ ਹੁੰਦਾ, ਤੇਰੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ। ਕਰਮ ਮੰਮੇ ਨੂੰ ਲੱਗੀ ਸਿਹਾਰੀ, ਭਾਵ ਬਖਸ਼ਿਸ਼ ਦੇ ਦੁਆਰਾ। ਹੁਣ ਕਰਮ ਖੰਡ ਨਾਲ ਪੰਜੇ ਖੰਡ ਧਿਆਨ 'ਚ ਰੱਖਣੇ ਆ, ਤਾਂ ਬਾਣੀ ਦੀ ਚੰਗੀ ਤਰ੍ਹਾਂ ਸਮਝ ਲੱਗੇਗੀ। ਧਰਮ ਖੰਡ ਧਰਮੀ ਹੋਣਾ, ਗਿਆਨ ਖੰਡ ਗਿਆਨ ਪ੍ਰਾਪਤ ਕਰਨਾ, ਅੱਗੇ ਸ਼ਰਮ ਖੰਡ ਆਪਣੇ ਆਪ ਨੂੰ ਸਵਾਰਨਾ, ਫਿਰ ਚੌਥਾ ਖੰਡ ਆ ਕਰਮ ਖੰਡ, ਜਿੱਥੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਫਿਰ ਸੱਚਖੰਡ ਵਾਸੀ ਮਨੁੱਖ ਜਿਉਂਦਾ ਹੀ ਬਣ ਜਾਂਦਾ। ਕਰਮ ਮਿਲੈ ਨਾਹੀ ਠਾਕ ਰਹਾਈਐ। ਹੁਣ ਜੇ ਕੋਈ ਮੰਨ ਲਓ ਤੇਰੀ ਸਿਫਤ ਸਲਾਹ ਕਰਦਾ ਕਰਮ ਖੰਡ ਵਿੱਚ, ਬਖਸ਼ਿਸ਼ ਦੇ ਖੰਡ ਵਿੱਚ ਮਨੁੱਖ ਪਹੁੰਚ ਜਾਵੇ, ਜਿਹੜੀਆਂ ਉੱਥੇ ਪਹੁੰਚ ਕੇ ਵਡਿਆਈਆਂ ਮਿਲਦੀਆਂ,
ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਜੇ ਕੋਈ ਕਹੇ ਨਾ ਵੀ ਸੂਰਜ ਦੇ ਅੱਗੇ ਚਾਦਰ ਪਾ ਦਈਏ ਵੀ ਇਹਦਾ ਸੇਕ ਇਹਦਾ ਹੁਣੋਂ ਹਟ ਜੂਗਾ, ਨਹੀਂ ਹੋ ਸਕਦਾ। ਜਦੋਂ ਅੰਦਰੋਂ ਪ੍ਰਕਾਸ਼ ਹੋਣਾ, ਜਦੋਂ ਪਰਮਾਤਮਾ ਤੋਂ ਬਖਸ਼ਿਸ਼ ਹੋਣੀ ਆ, ਕੋਈ ਬੰਦਾ ਨਹੀਂ ਰੋਕ ਸਕਦਾ। ਜਿੰਨੇ ਮਰਜ਼ੀ ਬੰਦੇ ਜਿਹੜੇ ਆ ਰੁਕਾਵਟਾਂ ਲਾਉਣ ਦੀ ਕੋਸ਼ਿਸ਼ ਕਰਨ, ਉੱਥੇ ਪਹੁੰਚ ਕੇ ਜੋ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਨਹੀਂ ਕੋਈ ਰੋਕ ਸਕਦਾ। ਕਰਮ ਮਿਲੈ ਨਾਹੀਂ ਠਾਕ ਰਹਾਈਆ, ਉੱਥੇ ਕੋਈ ਠਾਕ ਨਹੀਂ ਸਕਦਾ। ਭਾਵ ਜੋ ਬਖਸ਼ਿਸ਼ ਪ੍ਰਾਪਤ ਹੋਣੀ ਹੈ ਨਾ, ਮਨ ਨੂੰ ਅੰਦਰੋਂ ਹੋਣੀ ਹੈ, ਉਹਨੂੰ ਕਿਸੇ ਢੰਗ ਨਾਲ ਰੋਕਿਆ ਨਹੀਂ ਜਾ ਸਕਦਾ, ਕੋਈ ਰੋਕ ਨਹੀਂ ਸਕਦਾ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਤੇ ਫਿਰ ਉੱਥੇ ਜਾ ਕੇ ਮਨੁੱਖ ਆ ਜਿਹੜੀ ਉਹਦੀ ਹਉਮੈ ਵੀ ਟੁੱਟ ਜਾਂਦੀ ਹੈ। ਜਦੋਂ ਬਖਸ਼ਿਸ਼ ਦੇ ਦਰ ਵਿੱਚ ਪਹੁੰਚ ਜਾਂਦਾ, ਫਿਰ ਆਖਣ ਵਾਲਾ ਕਿਆ ਵਿਚਾਰਾ, ਕੀ ਵਿਚਾਰਾ ਆਖਣ ਵਾਲਾ ਤੇਰੀਆਂ ਕਿੰਨੀਆਂ ਕੁ ਵਿਚਾਰਾਂ ਕਰ ਸਕਦਾ। ਸਿਫਤੀ ਭਰੇ ਤੇਰੇ ਭੰਡਾਰਾ, ਹੇ ਪ੍ਰਮਾਤਮਾ ਤੇਰੀਆਂ ਸਿਫਤਾਂ ਦੇ ਤਾਂ ਭੰਡਾਰੇ ਭਰੇ ਪਏ ਆ। ਉੱਥੇ ਜਾ ਕੇ ਫਿਰ ਗਿਆਨ ਹੋ ਜਾਂਦਾ। ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਹੁਣ ਇੱਥੇ ਪਹੁੰਚ ਕੇ ਕੀ ਹੁੰਦਾ, ਜਿਸ ਤੂੰ ਦੇਹ, ਜਿਹਦੇ ਤੇ ਤੂੰ ਬਖਸ਼ਿਸ਼ ਕਰ ਦੇਵੇਂ, ਕਿਰਪਾ ਕਰ ਦੇਵੇਂ, ਉਹੀ ਕੋਈ ਨਾ ਕੋਈ ਚਾਰਾ, ਉਹਦਾ ਕੋਈ ਨਾ ਕੋਈ ਯਤਨ ਬਣਦਾ, ਕੋਈ ਇਧਰਲੇ ਪਾਸੇ ਨੂੰ ਚੱਲਦਾ। ਭਾਵ ਤੇਰੀ ਬਖਸ਼ਿਸ਼ ਤੋਂ ਬਿਨਾਂ, ਤੇਰੀ ਕਿਰਪਾ ਤੋਂ ਬਿਨਾਂ ਚੱਲਿਆ ਵੀ ਨਹੀਂ ਜਾ ਸਕਦਾ। ਕੀ ਚਾਰਾ ਕਿਸੇ ਦਾ ਹੋ ਸਕਦਾ। ਨਾਨਕ ਸੱਚ ਸਵਾਰਨ ਹਾਰਾ, ਉਹੀ ਭਾਈ ਜੀਵਾਂ ਨੂੰ, ਮਨੁੱਖਾਂ ਨੂੰ ਸੱਚੇ ਬਣਾ ਕੇ, ਸੱਚ ਦੇ ਨਾਲ ਜੋੜ ਕੇ ਸਵਾਰਨ ਹਾਰਾ, ਸਵਾਰਨ ਵਾਲਾ ਹੈ ਪ੍ਰਮਾਤਮਾ। ਅਸੀਂ ਗੁਰੂ ਦੇ ਰਾਹੀਂ, ਗੁਰਬਾਣੀ ਦੇ ਰਾਹੀਂ ਉਹ ਪ੍ਰਮਾਤਮਾ ਦੇ ਦਰ ਤੱਕ ਪਹੁੰਚਣਾ ਹੈ, ਜਿਹੜਾ ਸਾਰੇ ਜੀਵਾਂ ਨੂੰ ਸਵਾਰਨ ਵਾਲਾ ਹੈ। ਆਸਾ ਮਹੱਲਾ ਪਹਿਲਾ। ਅੱਗੇ ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹੱਲਾ ਪਹਿਲਾ ਭਾਵ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅਗਲੇ ਸ਼ਬਦ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਆਖਾਂ ਜੀਵਾਂ ਬਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਤੂੰ ਐਡਾ ਵੱਡਾ ਹੈ, ਤੇਰੇ ਨਾਲ ਜੁੜ ਕੇ ਜੀਵ ਸਚਿਆਰ ਹੋ ਜਾਂਦੇ ਆ। ਕਿਵ ਸਚਿਆਰਾ ਹੋਈ ਹੈ, ਗੱਲ ਇੱਥੋਂ ਚੱਲੀ ਸੀ। ਪਹਿਲੇ ਪਾਤਸ਼ਾਹ ਜੀ ਆਸਾ ਰਾਗ ਵਿੱਚ ਸਮਝਾ ਰਹੇ ਹਨ, ਆਖਾਂ ਜੀਵਾਂ ਬਿਸਰੈ ਮਰ ਜਾਉ। ਜੇ ਮੈਂ ਤੇਰੇ ਨਾਮ ਨੂੰ ਕਹਿੰਦਾ ਹਾਂ, ਜੇ ਮੈਂ ਤੈਨੂੰ ਯਾਦ ਕਰਦਾ ਹਾਂ, ਜੇ ਮੇਰੀ ਸੁਰਤੀ ਯਾਦ ਦੇ ਵਿੱਚ ਤੂੰ ਹੈ ਤਾਂ ਮੈਂ ਜਿਉਂਦਾ ਹਾਂ। ਜੇ ਤੂੰ ਬਿਸਰ ਜਾਂਦਾ ਹੈ ਤਾਂ ਮਰ ਜਾਊਂ, ਮਰ ਜਾਂਦਾ ਹਾਂ। ਸਾਡੇ ਸਾਰਿਆਂ ਵਾਸਤੇ ਇਹ ਗੱਲ ਸਮਝਣ ਵਾਲੀ। ਹੁਣ ਅਸੀਂ ਜਿਹੜਾ ਬਿਸਰੀ ਵੀ ਬੈਠੇ ਆ, ਪਰ ਸਵਾਲ ਇਹ ਆਉਣਾ ਵੀ ਮਰੇ ਵੀ ਨਹੀਂ, ਅੰਦਰੋਂ ਮਰ ਜਾਂਦੇ ਆ ਭਾਈ। ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਨਾ, ਉਹ ਅੰਦਰੋਂ ਜਿਉਂਦਾ ਹੋ ਜਾਂਦਾ, ਉਹ ਜਾਗ ਪੈਂਦਾ, ਜਾਗਰਤ ਅਵਸਥਾ ਦੇ ਵਿੱਚ ਹੋ ਜਾਂਦਾ। ਉਹਦੀ ਜ਼ਮੀਰ ਦੀ ਮੌਤ ਨਹੀਂ ਹੁੰਦੀ। ਤੇ ਬਿਸਰੈ ਮਰ ਜਾਊਂ, ਜਦੋਂ ਪ੍ਰਮਾਤਮਾ ਕਿਸੇ ਨੂੰ ਵੀ ਬਿਸਰ ਜਾਂਦਾ ਹੈ ਤੇ ਮਨੁੱਖ ਫਿਰ ਗਲਤੀਆਂ ਕਰਦਾ। ਉਹ ਗਲਤੀਆਂ ਦਾ ਕਰਕੇ ਫਿਰ ਭੈ ਦੇ ਵਿੱਚ ਆਉਂਦਾ, ਡਰ ਦੇ ਵਿੱਚ ਆਉਂਦਾ, ਮਾਇਆ ਦੇ ਜਾਲ ਵਿੱਚ ਫਸ ਜਾਂਦਾ, ਫਿਰ ਸਮਝ ਲਓ ਮਰ ਜਾਂਦਾ। ਨਾਮ ਨਾਲ ਜੁੜ ਗਏ ਤਾਂ ਆਤਮਿਕ ਤੌਰ ਤੇ ਜਿਉਂਦੇ ਆ, ਤੇ ਨਾਮ ਤੋਂ ਟੁੱਟ ਗਏ ਤਾਂ ਸਮਝ ਲਓ ਅਸੀਂ ਮਰ ਗਏ। ਆਖਾਂ ਜੀਵਾਂ ਬਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉ। ਹੇ ਪ੍ਰਮਾਤਮਾ, ਤੇਰਾ ਸੱਚਾ ਨਾਉ, ਇਹ ਸੱਚੇ ਰਸਤੇ ਤੇ ਚੱਲਣਾ ਔਖਾ ਵੀ ਬੜਾ। ਹੁਣ ਦੇਖੋ ਔਖਾ ਕੀ ਹੈ। ਆਖਾਂ ਜੀਵਾਂ ਬਿਸਰੈ ਮਰ ਜਾਉਣ, ਵਾਹਿਗੁਰੂ ਵਾਹਿਗੁਰੂ, ਰਾਮ 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 ਰਾਮ, ਅੱਲਾ ਅੱਲਾ ਕਹਿਣਾ ਔਖਾ ਨਹੀਂ, ਇਹ ਨਹੀਂ ਔਖਾ। ਇਹ ਸੱਚ ਦੇ ਰਸਤੇ ਤੇ ਚੱਲਣਾ ਔਖਾ। ਜਦੋਂ ਪ੍ਰਭਾਵਿਤ ਹੋ ਕੇ ਕਰਮ ਕਾਂਡਾਂ ਤੋਂ ਸੁਰਤ ਉੱਚੀ ਕਰਕੇ ਮਨੁੱਖ ਚੱਲਦਾ, ਫੇਰ ਤੋਏ ਤੋਏ ਹੁੰਦੀ ਹੈ, ਫਿਰ ਰੁਕਾਵਟਾਂ ਪੈਂਦੀਆਂ। ਇਹ ਨੌ ਤੇਰਾ, ਇਹ ਮਣਕਾ ਮਾਰਨਾ ਤਾਂ ਇਹ ਤਾਂ ਸੌਖਾ, ਪਰ ਗਿਆਨ ਲੈ ਕੇ ਸੱਚੇ ਰਸਤੇ ਤੇ ਚੱਲਣਾ ਇਹ ਬੜਾ ਔਖਾ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਜੇ ਕਿਤੇ ਇਹ ਸੱਚੇ ਨਾਮ ਦੀ, ਸੱਚੇ ਆਤਮਿਕ ਗਿਆਨ ਦੀ ਮਨੁੱਖ ਨੂੰ ਭੁੱਖ ਲੱਗ ਜਾਵੇ, ਜੇ ਕਿਤੇ ਅੰਦਰ ਇਹ ਭੁੱਖ ਪੈਦਾ ਹੋ ਜਾਵੇ, ਉਤ ਭੂਖੈ ਖਾਏ
ਚੱਲੀਐ ਹੈ ਦੁਖ। ਜੇ ਹੁਣ ਆਪਾਂ ਸਾਰਾ ਆ ਜਿਹੜਾ ਕਰਦੇ ਆ ਕੰਮ, ਜਿਹੜਾ ਆਪਾਂ ਆ ਬਣਾਈ ਹੋਈ ਆ ਛੋਟਾ ਜਿਹਾ ਉਪਰਾਲਾ ਕੀਤਾ, ਇਹ ਕਿਉਂ ਆ ਭਲਾ? ਤਾਂ ਕਿ ਸਾਨੂੰ ਭੁੱਖ ਲੱਗ ਜਾਵੇ, ਨਾਮ ਦੀ ਭੁੱਖ ਲੱਗ ਜਾਵੇ, ਸਾਨੂੰ ਇਹ ਹੋ ਜਾਵੇ ਬਈ ਗੁਰਬਾਣੀ ਦੇ ਵਿੱਚ ਕੀ ਲਿਖਿਆ, ਕੀ ਸਮਝਾਇਆ। ਬਸ ਇੰਨਾ ਹੀ ਬਹੁਤ ਆ ਕਿ ਗੁਰਬਾਣੀ ਦੇ ਨਾਲ ਜੁੜ ਜਾਈਏ। ਮੇਰਾ ਨਿਸ਼ਾਨਾ ਤਾਂ ਇੰਨਾ ਕੀ ਆ ਵੀ ਸਾਨੂੰ ਇਹ ਭੁੱਖ ਲੱਗ ਜਾਵੇ ਕਿ ਸਾਡੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ 1430 ਅੰਗ ਦੇ ਵਿੱਚ ਬਾਣੀ ਹੈ, ਤੇ ਬਾਣੀ ਦੇ ਵਿੱਚ ਲਿਖਿਆ ਕੀ ਹੈ, ਬਾਣੀ ਦੇ ਵਿੱਚ ਸਮਝਾਇਆ ਕੀ ਗਿਆ। ਬਸ ਇਹਦੀ ਭੁੱਖ ਅੱਗੇ ਦੀ ਅੱਗੇ ਲੱਗ ਜਾਵੇ। ਉਤ ਭੁੱਖ ਹੈ ਜਿਸ ਮਨੁੱਖ ਨੂੰ ਇਹ ਭੁੱਖ ਲੱਗ ਜਾਵੇ ਸੱਚੇ ਨਾਮ ਦੀ, ਉਹ ਪ੍ਰਮਾਤਮਾ ਨੂੰ ਜਾਣਨ ਦੀ, ਪ੍ਰਮਾਤਮਾ ਦਾ ਨਾਮ ਜਪਣ ਦੀ, ਉਹ ਚੰਗਾ ਹੋਣਾ ਸ਼ੁਰੂ ਹੋ ਜਾਂਦਾ। ਉਤ ਭੁੱਖ ਹੈ ਖਾਏ ਚੱਲੀਐ ਹੈ ਦੁੱਖ। ਉਹ ਆਪਣੇ ਦੁੱਖਾਂ ਨੂੰ ਖਾ ਲੈਂਦੇ ਹਨ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਆ। ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਉਹ ਸੱਚੇ ਰਸਤੇ ਤੇ ਚੱਲ ਪੈਂਦੇ ਆ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਜੀ। ਸੋ ਕਿਉਂ ਬਿਸਰੈ ਮੇਰੀ ਮਾਏ। ਉਹ ਫਿਰ ਕਹਿੰਦੇ ਆ ਉਹ ਪ੍ਰਮਾਤਮਾ ਵਾਹਿਗੁਰੂ ਕਿਉਂ ਬਿਸਰੇ ਮੇਰੀ ਮਾਂ, ਐ ਮੇਰੀ ਮਾਂ, ਐ ਮੇਰੀ ਮੱਤ, ਮੈਨੂੰ ਕਿਉਂ ਬਿਸਰੇ। ਸਾਚਾ ਸਾਹਿਬ ਸਾਚਾ ਨਾਏ, ਕਿਉਂਕਿ ਸੱਚਾ ਹੀ ਸਾਹਿਬ ਆ ਤੇ ਸੱਚਾ ਹੀ ਉਹਦਾ ਨਾਮ ਆ ਤੇ ਸੱਚ ਹੀ ਰਹਿਣਾ। ਝੂਠ ਤਾਂ ਗਲਤ ਆ, ਇਹ ਤਾਂ ਥੋੜ੍ਹੇ ਚਿਰ ਵਾਸਤੇ ਆ, ਕਿਉਂਕਿ ਹਨੇਰਾ ਤਾਂ ਨਾ ਜੇ ਅਸੀਂ ਬਲਬ ਨਹੀਂ ਲਾਇਆ ਸਾਡਾ ਬਲਬ ਫਿਊਜ਼ ਆ। ਹਨੇਰੇ ਦੀ ਹੋਂਦ ਕੋਈ ਨਹੀਂ, ਹਨੇਰਾ ਉੱਥੇ ਆ ਜਿੱਥੇ ਚਾਨਣ ਨਹੀਂ ਹੈ। ਜਦੋਂ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ, ਨਾਮ ਅੰਦਰ ਚਲਿਆ ਗਿਆ, ਫਿਰ ਇਹ ਹਨੇਰਾ ਅੰਦਰਲਾ ਖਤਮ ਹੋ ਜਾਣਾ। ਸਾਚਾ ਸਾਹਿਬ ਸਾਚਾ ਨਾਏ, ਸੱਚਾ ਹੀ ਸਾਹਿਬ ਆ, ਸੱਚਾ ਹੀ ਉਹਦਾ ਨਾਮ ਹੈ ਜੀ। ਰਹਾਓ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਸੱਚੇ ਨਾਮ ਦੀ ਤਾਂ ਕਿਤੇ ਤਿਲ ਜਿੰਨੀ ਵੀ ਵਡਿਆਈ ਮਿਲ ਜਾਵੇ ਨਾ, ਇੱਕ ਤਿਲ ਜਿੰਨੀ ਵੀ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਉਹ ਹੁਣ ਐਡਾ ਵੱਡਾ ਪ੍ਰਮਾਤਮਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ। ਜੇ ਮੰਨ ਲਓ ਉਹਨੇ ਥੋੜ੍ਹਾ ਜਿਹਾ ਕਿਣਕਾ ਵੀ ਦੇਣਾ ਹੋਇਆ ਗੁਰਮੁਖ ਪਿਆਰਿਓ, ਕਿੱਡਾ ਵੱਡਾ ਹੋ ਜਾਣਾ ਉਹ ਕਿਣਕਾ ਵੀ। ਤਿਲ ਜਿੰਨੀ ਵੀ ਵਡਿਆਈ ਉਹਦੀ, ਪਰਮਾਤਮਾ ਦੀ ਤਿਲਕ ਜਿੰਨੀ ਕਿਰਪਾ ਵੀ, ਜਿਹੜੀ ਵਡਿਆਈ ਸਾਨੂੰ ਪ੍ਰਾਪਤ ਹੋ ਜਾਵੇ ਸੱਚੇ ਨਾਮ ਨਾਲ, ਤਾਂ ਧੰਨ ਧੰਨ ਹੋ ਜਾਂਦੀ ਹੈ, ਉਹਦੀ ਕਿਰਪਾ ਨਾਲ ਹੁੰਦੀ ਹੈ। ਆਖ ਥੱਕੇ ਕੀਮਤ ਨਹੀਂ ਪਾਈ, ਸਾਰੇ ਕਹਿ ਕਹਿ ਕੇ ਥੱਕ ਗਏ ਪਰ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਕਾਟ ਨਾ ਜਾਏ। ਜੇ ਸਾਰੇ ਮਿਲ ਕੇ ਉਹਨੂੰ ਕਹਿਣ ਲੱਗ ਜਾਣ, ਨਾ ਉਹ ਵੱਡਾ ਹੁੰਦਾ, ਨਾ ਉਹ ਛੋਟਾ ਹੁੰਦਾ, ਨਾ ਉਹ ਘਟਦਾ, ਨਾ ਉਹ ਵੱਧਦਾ। ਫਿਰ ਆਪਾਂ ਅੱਗੇ ਵੀ ਵਿਚਾਰ ਕਰ ਚੁੱਕੇ ਹਾਂ ਇਸ ਪੰਕਤੀ ਦੀ ਕਿ ਉਹ ਜਦੋਂ ਵੱਡਾ ਨਹੀਂ ਹੁੰਦਾ, ਘਟਦਾ ਨਹੀਂ, ਫਿਰ ਉਹਨੂੰ ਗਾਉਣ ਦਾ ਕੀ ਫਾਇਦਾ। ਸਾਡਾ ਮਨ ਛੋਟਾ ਛੋਟਾ ਹੁੰਦਾ ਜਾਂਦਾ, ਸਾਡੇ ਗੱਲ ਆ ਹੰਕਾਰ ਟੁੱਟਣ ਦੀ, ਸਾਡੀ ਮੈਂ ਟੁੱਟਣ ਦੀ। ਮਨੁੱਖ ਕਹਿੰਦਾ ਕਿ ਮੈਂ ਹੀ ਆ, ਮੈਂ ਜੋ ਕਰਦਾ ਬਸ ਉਹੀ ਸਹੀ ਆ, ਆਈ ਐਮ ਮਿਸਟਰ ਰਾਈਟ, ਜੋ ਮੈਂ ਕਹਿੰਦਾ ਉਹ ਮੇਰਾ ਚੱਲੇ। ਬਸ ਜਦੋਂ ਕਿਸੇ ਨੇ ਟੋਕਤਾ ਉੱਥੇ ਹੀ ਜਿਹੜਾ ਹੈ ਸਮਝ ਲਓ ਔਖਾ ਹੋ ਗਿਆ, ਲੜਾਈਆਂ ਝਗੜੇ ਸ਼ੁਰੂ ਹੋ ਗਏ, ਹੈ ਨਾ। ਤੇ ਇਸੇ ਤਰ੍ਹਾਂ ਜੇ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਆ, ਉਹਦੇ ਕੰਮਾਂ ਨੂੰ ਜਾਣ ਲੈਂਦੇ ਆ, ਤਾਂ ਆਪ ਦੀ ਸਾਡੀ ਹਉਮੈ ਟੁੱਟ ਜਾਂਦੀ ਹੈ। ਬਸ ਆਹ ਗੱਲ ਆ। ਉਹਨੂੰ ਵੱਡਾ ਵੱਡਾ ਕਹਿੰਦਿਆਂ ਸਾਡਾ ਮਨ ਛੋਟਾ ਛੋਟਾ ਹੁੰਦਾ ਜਾਂਦਾ, ਛੋਟਾ ਛੋਟਾ ਹੁੰਦਾ, ਇੱਕ ਦਿਨ ਜ਼ੀਰੋ ਹੋ ਕੇ ਮੈਂ ਤੋਂ ਤੂੰ ਹੋ ਜਾਂਦਾ ਹੈ ਜੀ। ਨਾ ਉਹ ਮਰੈ ਨਾ ਹੋਵੈ ਸੋਗ। ਜੇ ਉਹ ਪਰਮਾਤਮਾ ਨਾਲ ਜੁੜ ਜੀਏ ਤੇ ਨਾ ਉਹ ਮਰੇ। ਜੇ ਕਿਸੇ ਦੁਨੀਆ ਦੇ ਬੰਦੇ ਨਾਲ ਜੁੜ ਗਏ ਨਾ, ਜੇ ਉਹ ਮਰ ਗਿਆ ਫੇਰ ਪੰਗਾ ਪੈ ਜਾਣਾ। ਅਗਲਾ ਕੀ ਪਤਾ ਉਹ ਜਿਹਾ ਹੋਊ ਕਿ ਨਹੀਂ ਹੋਊ ਜਿਹਨੂੰ ਮੰਨਦੇ ਆ। ਕੀ ਗੱਲ ਕੀ ਬਾਤ, ਸਾਰੇ ਕਾਸੇ ਨੂੰ ਸਾਨੂੰ ਉੱਪਰ ਕੀਤਾ ਹੋਇਆ। ਉਹ ਪਰਮਾਤਮਾ ਨਾਲ ਜੇ ਜੁੜ ਗਿਆ ਨਾ ਤੂੰ ਐ ਮਨੁੱਖ, ਨਾ ਉਹ ਮਰੈ ਨਾ ਹੋਵੇ ਸੋਗ, ਨਾ ਤੈਨੂੰ ਕੋਈ ਸੋਗ ਹੋਵੇ ਕਿਸੇ ਤਰ੍ਹਾਂ ਦਾ। ਦੇਂਦਾ ਰਹਿ ਨਾ ਚੁੱਕੈ ਭੋਗ। ਉਹ ਸਾਰੇ ਭੋਗ ਪਦਾਰਥਾਂ ਨੂੰ ਦੇਣ ਵਾਲਾ, ਉਹ ਪਰਮਾਤਮਾ ਦੇਣ ਵਾਲਾ। ਤੂੰ ਦੁਨੀਆ ਦੀਆਂ ਵਡਿਆਈਆਂ ਕਰੀ ਜਾਂਦਾ ਕਿ ਆ ਮੈਨੂੰ ਦੇਣ ਵਾਲਾ, ਇਹਦਾ ਕਰਕੇ ਨੌਕਰੀ ਚੱਲਦੀ ਹੈ, ਇਹਦਾ ਕਰਕੇ ਮੇਰਾ ਘਰ ਚੱਲਦਾ। ਉਹ ਨਹੀਂ, ਉਹ ਪਰਮਾਤਮਾ ਵਾਹਿਗੁਰੂ ਦੇਣ ਵਾਲਾ। ਜੇ ਇੱਕ ਰਸਤਾ ਬੰਦ ਹੋਊ 10 ਰਸਤੇ ਖੁੱਲ ਜਾਣਗੇ। ਤੂੰ ਨਾਮ ਦੇ ਨਾਲ ਜੁੜ ਕੇ ਤਾਂ ਦੇਖ, ਸਾਰੇ ਭੋਗ ਪਦਾਰਥ ਸਾਰਾ ਕੁਝ ਉਹੀ ਦੇਣ ਵਾਲਾ ਹੈ। ਗੁਣ ਇਹੋ ਹੋਰ ਨਾਹੀਂ ਕੋਏ। ਹੁਣ ਦੇਖੋ ਉਹਦੇ ਬਰਾਬਰ ਕਿਸੇ ਦੀ ਪੂਜਾ ਨਹੀਂ ਕੀਤੀ ਜਾ ਸਕਦੀ। ਜਿਹੜੇ ਇੱਕ ਓੰਕਾਰ ਨਾਲ ਜੁੜ ਗਏ, ਜਿਨ੍ਹਾਂ ਨੇ ਦਿਲ ਆਪਦਾ ਵਾਹਿਗੁਰੂ ਨੂੰ ਦੇਤਾ, ਤੇ ਉਹ ਦਿਲ ਕਿਸੇ ਹੋਰ ਤੇ ਥੋੜ੍ਹੀ ਆ ਸਕਦਾ।
ਇੱਕ ਤੇ ਹੀ ਆ ਸਕਦਾ ਨਾ, ਇੱਕ ਨੂੰ ਹੀ ਦਿੱਤਾ ਜਾ ਸਕਦਾ। ਗੁਣ ਇਹੋ, ਉਹ ਪ੍ਰਮਾਤਮਾ ਵਾਹਿਗੁਰੂ ਦਾ ਸਭ ਤੋਂ ਵੱਡਾ ਗੁਣ ਹੀ ਇਹੋ ਹੈ ਕਿ ਹੋਰ ਨਾ ਹੀ ਕੋਈ, ਉਹਦੇ ਬਰਾਬਰ ਕੋਈ ਹੋਰ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ। ਫਿਰ ਵੱਡੇ ਨਾਲ ਕਿਉਂ ਨਾ ਜੁੜ ਗਏ ਭਾਈ, ਛੋਟਿਆਂ ਤੋਂ ਉੱਪਰ ਸੁਰਤਾਂ ਕਰਕੇ। ਨਾ ਕੋ ਹੋਆ ਨਾ ਕੋ ਹੋਏ, ਨਾ ਹੋਇਆ ਤੇ ਨਾ ਕੋਈ ਹੋਵੇਗਾ। ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਆਪ ਆ ਤੇ ਉਹਦੀਆਂ ਦਾਤਾਂ, ਮਾੜੀ ਜੀ ਦਾਤ ਦੇ ਦੇਵੇ ਤੇ ਉਹ ਕਿੱਡੀਆਂ ਵੱਡੀਆਂ ਦਾਤਾਂ ਮਨੁੱਖ ਵਾਸਤੇ ਹੋ ਸਕਦੀਆਂ। ਜਿੱਡਾ ਵੱਡਾ ਆਪ ਆ ਓਡੀਆਂ ਹੀ ਉਹਦੀਆਂ ਵਾਹਿਗੁਰੂ ਦੀਆਂ ਦਾਤਾਂ। ਜਿਨ ਦਿਨ ਕਰਕੇ ਕੀਤੀ ਰਾਤ, ਦੇਖੋ ਦਾਤ ਇੱਕ ਨਿਸ਼ਾਨੀ, ਜਿਹਨੇ ਦਿਨ ਬਣਾਇਆ, ਦਿਨ ਕਰਕੇ ਤੇ ਰਾਤ ਬਣਾ ਦਿੱਤੀ। ਉਹ ਪ੍ਰਮਾਤਮਾ ਦੀਆਂ ਦਾਤਾਂ ਦੇਖੋ ਕਿੱਡੀਆਂ ਵੱਡੀਆਂ ਕਿ ਉਹ ਦਿਨ ਬਣਾ ਦਿੱਤਾ, ਚੱਲ ਭਾਈ ਕੰਮ ਧੰਦਾ ਕਰੋ ਤੇ ਰਾਤ ਨੂੰ ਸੌਂ ਜਾਓ। ਐਡੀਆਂ ਵੱਡੀਆਂ ਦਾਤਾਂ। ਜਿਨ ਦਿਨ ਕਰਕੇ ਕੀਤੀ ਰਾਤ, ਜਿਹਦੀ ਕਿਰਪਾ ਨਾਲ ਦਿਨ ਤੇ ਰਾਤ ਬਣ ਰਹੇ ਹਨ। ਖਸਮ ਵਿਸਾਰਾ ਹੈ ਤੇ ਕਮਜਾਤ, ਖਸਮ ਵਿਸਾਰਾ ਹੈ, ਉਹ ਖਸਮ ਆ ਸਾਡਾ, ਉਹ ਮਾਲਕ ਆ ਜਿਹੜਾ ਭਾਈ ਜੀਵ ਵਿਸਾਰਦਾ। ਉਹ ਕਮਜਾਤ, ਅੱਗੇ ਬੁੜੀਆਂ ਗਾਲ ਕੱਢਦੀਆਂ ਹੁੰਦੀਆਂ ਸੀ, ਨੀ ਕਮਜਾਤੇ, ਉਹ ਕਮਜਾਤ ਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹ ਸਮਝਾ ਰਹੇ ਹਨ, ਉਹ ਜਾਤੀਆਂ ਦੇ ਵਿੱਚੋਂ ਮਾੜੀ ਜਾਤੀ ਆ, ਭਾਵ ਉਹ ਮਾੜੀ ਜੀਵ ਇਸਤਰੀ ਹੈ। ਇੱਥੇ ਬੀਬੀਆਂ ਦਾ ਤੇ ਬੰਦਿਆਂ ਦਾ ਫਰਕ ਨਹੀਂ ਕੋਈ, ਏਕਾ ਪੁਰਖ ਸੁਬਾਈ ਨਾਰ। ਤੇ ਜਿਹੜੇ ਵੀ ਖਸਮ ਨੂੰ ਵਿਸਾਰ ਜਾਂਦੇ ਆ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਤਾਂ ਲਈ ਜਾਂਦੇ ਆ, ਸ਼ੁਕਰਾਨਾ ਅਸੀਂ ਕਰਦੇ ਨਹੀਂ। ਮੰਨ ਲਓ ਦੇਣ ਵਾਲਾ ਕੋਈ ਹੋਰ ਹੋਵੇ, ਉਹ ਦੇ ਤਾਂ ਸਵਾਸਾਂ ਦੀ ਪੂੰਜੀ ਕੋਈ ਹੋਰ ਰਿਹਾ, ਖਾਣਾ ਕੋਈ ਹੋਰ ਹਜਮ ਕਰ ਰਿਹਾ, ਅੰਦਰ ਬੈਠਾ ਸਾਰਾ ਕੁਝ ਕਰ ਰਿਹਾ, ਤੇ ਸਲੋ ਤਾਂ ਅਸੀਂ ਕਿਸੇ ਹੋਰ ਦੀ ਕਰੀ ਜਾਂਦੇ ਹਾਂ, ਤੇ ਫਿਰ ਉਹਦੇ ਮਨ 'ਚ ਦੁੱਖ ਨਹੀਂ ਹੋਊਗਾ। ਉਹ ਪ੍ਰਮਾਤਮਾ ਜਿਹੜਾ ਦਾਤਾਂ ਦੇਣ ਵਾਲਾ, ਉਹਦੀ ਹੀ ਸਲੋਤਾ ਕਰਨੀ ਹੈ, ਉਹਨੂੰ ਵਿਸਾਰਨਾ ਨਹੀਂ। ਖਸਮ ਵਿਸਾਰਾ ਹੈ ਤੇ ਕਮਜਾਤ, ਉਹ ਕਮਜਾਤਾਂ ਜੀਵ ਇਸਤਰੀਆਂ ਹੁੰਦੀਆਂ ਜਿਹੜੀਆਂ ਖਸਮ ਨੂੰ ਵਿਸਾਰ ਜਾਂਦੀਆਂ ਹਨ ਜੀ। ਨਾਨਕ ਨਾਵੈ ਬਾਜ ਸੁਨਾਤ, ਤੇ ਉਹਦੇ ਨਾਮ ਤੋਂ ਬਿਨਾ ਜਿਹੜੀਆਂ ਵੀ ਜੀਵ ਇਸਤਰੀਆਂ, ਜੋ ਵੀ ਮਨੁੱਖ ਉਹਦੇ ਨਾਮ ਤੋਂ ਬਿਨਾ ਹੈ, ਉਹਦੇ ਆਤਮਿਕ ਤੋਂ ਗਿਆਨ ਤੋਂ ਬਿਨਾ ਹੈ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿਹੜਾ ਵੀ ਸਿੱਖ ਗੁਰਬਾਣੀ ਤੇ ਗਿਆਨ ਤੋਂ ਬਿਨਾ ਹੈ। ਸਾਨੂੰ ਗੁਰੂ ਦੇ ਨਾਲ ਤਾਂ ਹੀ ਜੋੜਿਆ ਨਾ, ਗੁਰਬਾਣੀ ਦੇ ਗਿਆਨ ਨਾਲ ਜੋੜਿਆ। ਨਾਨਕ ਨਾਵੈ ਬਾਜ ਸੁਨਾਤ, ਸੁਨਾਤ ਦਾ ਅਰਥ ਹੈ ਜਿਹੜਾ ਕਮਜਾਤ ਨੀਚ ਜਾਤ, ਇਹਦਾ ਅਰਥ ਵੀ ਸੁਨਾਤ ਹੀ ਹੈ। ਕਮਜਾਤ ਵੀ ਭੈੜੀ ਤੇ ਸੁਨਾਤ ਵੀ। ਨਾਨਕ ਨਾਵੈ ਬਾਜ, ਆਤਮਿਕ ਗਿਆਨ ਤੋਂ ਬਿਨਾ, ਆਪਣੇ ਆਪ ਨੂੰ ਜਾਣਨ ਤੋਂ ਬਿਨਾ। ਕਿਉਂਕਿ ਜੇ ਆਪਣੇ ਆਪ ਨੂੰ ਜਾਣਾਂਗੇ ਨਾ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਫੇਰ ਹੀ ਸਵਾਰ ਸਕਦੇ ਆ। ਜਿਹੜੇ ਆਪਣੇ ਆਪ ਨੂੰ ਸਵਾਰਦੇ ਨਹੀਂ, ਜਿਹੜੇ ਆਤਮਿਕ ਗਿਆਨੀ ਨਹੀਂ ਹੁੰਦੇ, ਜਿਹੜੇ ਨਾਮ ਨਾਲ ਨਹੀਂ ਜੁੜਦੇ, ਜਿਹੜੇ ਗੁਰਬਾਣੀ ਨਾਲ ਨਹੀਂ ਜੁੜਦੇ, ਉਹ ਭੈੜੀ ਜਾਤ ਵਾਲੇ ਭੈੜੇ ਮਨੁੱਖ ਹੁੰਦੇ ਹਨ ਜੀ। ਇੱਥੇ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਸਮਝਾਇਆ। ਸਮੇਂ ਦੀ ਸਮਾਪਤੀ ਹੈ, ਬਾਕੀ ਕੱਲ੍ਹ ਸਰਵਣ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾਫੀ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।